ਮੇਰੇ ਵੱਡੇ ਭਰਾ ਦੇ ਕਮਰੇ 'ਚੋਂ ਰਾਤ ਨੂੰ ਮੈਨੂੰ ਇੱਕ ਵਾਰੀ ਕੋਈ ਅਜਿਹੀ ਆਵਾਜ਼ ਸੁਣੀ ਤੇ ਮੈਂ ਬੈੱਡ ਤੋਂ ਉੱਠੀ ਦੱਬੇ ਪੈਰੀਂ ਮੇਰੇ ਭਰਾ ਦੇ ਕਮਰੇ ਵੱਲ ਚਲੀ ਗਈ। ਜਦੋਂ ਮੈਂ ਵਿੰਡੋ ਥਾਣੀ ਅੰਦਰ ਵੇਖਿਆ ਤਾਂ ਮੈਂ ਹੱਕੀ-ਫੱਕੀ ਰਹਿ ਗਈ। ਮੇਰਾ ਭਰਾ ਤਾਂ ਮੇਰੀ ਛੋਟੀ ਭੈਣ ਨਾਲ ਹੀ। ਇੱਕ ਵਾਰ ਮੇਰਾ ਭਰਾ ਰਾਤ ਨੂੰ ਕਮਰੇ 'ਚ ਆਇਆ। ਉਹਨੂੰ ਲੱਗਿਆ ਕਿ ਮੈਂ ਸੌਂ ਗਈ, ਪਰ ਮੇਰੀਆਂ ਅੱਖਾਂ ਬੰਦ ਤੇ ਉਂਝ ਮੈਂ ਜਾਗਦੀ ਸੀ। ਉਸਨੇ ਮੈਨੂੰ ਤੇ ਮੇਰੀ ਭੈਣ ਨੂੰ ਵੇਖਿਆ ਤੇ ਵਾਪਸ ਚਲਾ ਗਿਆ। ਥੋੜ੍ਹੀ ਦੇਰ ਬਾਅਦ ਮੇਰੀ ਛੋਟੀ ਭੈਣ ਬੈੱਡ ਤੋਂ ਉਤਰ ਕੇ ਦੱਬੇ ਪੈਰੀਂ ਕਮਰੇ 'ਚੋਂ ਬਾਹਰ ਆ ਗਈ। ਮੈਨੂੰ ਇਹ ਸਭ ਬੜਾ ਅਜੀਬ ਜਿਹਾ ਲੱਗਿਆ, ਪਰ ਮੈਂ ਇਸ ਬਾਰੇ ਕੋਈ ਬਹੁਤਾ ਧਿਆਨ ਨਾ ਦਿੱਤਾ ਤੇ ਮੈਂ ਸੌਂ ਗਈ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਭਰਾ ਦੀ ਨਜ਼ਰ ਹਮੇਸ਼ਾ ਮੇਰੇ ਵਿੱਚ ਹੀ ਰਹਿੰਦੀ ਸੀ। ਇੱਥੋਂ ਤੱਕ ਕਿ ਜਦੋਂ ਮੈਂ ਬਾਥਰੂਮ ਵੀ ਚਲੀ ਜਾਂਦੀ ਤਾਂ ਵੀ ਉਸ ਦਾ ਧਿਆਨ ਮੇਰੇ ਵਿੱਚ ਹੀ ਰਹਿੰਦਾ। ਮੇਰੇ ਮਾਤਾ ਪਿਤਾ ਜੀ ਦੀ 10 ਸਾਲ ਪਹਿਲਾਂ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਸੀ। ਉਸ ਵਕਤ ਮੈਂ 16 ਸਾਲ ਦੀ ਸਾਂ। ਇਸ ਲਈ ਸਾਡੀ ਦੋਵਾਂ ਭੈਣਾਂ ਦੀ ਦੇਖਭਾਲ ਮੇਰਾ ਵੱਡਾ ਭਰਾ ਹੀ ਕਰਦਾ ਸੀ, ਜੋ ਮੇਰੇ ਤੋਂ 8 ਸਾਲ ਵੱਡਾ ਸੀ ਤੇ ਉਸ ਦਾ ਨਾਮ ਹਰਵਿੰਦਰ ਸਿੰਘ ਸੀ। ਉਹ ਸਾਡੇ ਪਿੰਡ ਦੇ ਨੇੜੇ ਸ਼ਹਿਰ ਨਾਭੇ ਪ੍ਰਾਈਵੇਟ ਬੈਂਕ 'ਚ ਨੌਕਰੀ ਕਰਦਾ ਸੀ। ਉਹ ਮੇਰੇ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਸੀ ਕਰਦਾ, ਪਰ ਮੇਰੀ ਛੋਟੀ ਭੈਣ ਸੋਨੀ ਨਾਲ, ਜੋ ਮੇਰੇ ਤੋਂ 1 ਸਾਲ ਛੋਟੀ ਸੀ, ਉਸ ਦੇ ਨਾਲ ਉਸਦੀ ਵਧੀਆ ਬਣਦੀ ਸੀ। ਇੱਕ ਰਾਤ ਮੈਨੂੰ ਕੋਈ 12 ਕੁ ਵਜੇ ਜਾਗ ਆਈ ਤੇ ਮੈਂ ਵੇਖਿਆ ਮੇਰੀ ਛੋਟੀ ਭੈਣ ਸੋਨੀ ਬੈੱਡ ਤੇ ਮੇਰੇ ਕੋਲ ਨਹੀਂ ਸੀ। ਉਸੇ ਵਕਤ ਮੈਨੂੰ ਮੇਰੇ ਭਰਾ ਦੇ ਕਮਰੇ 'ਚੋਂ ਕੋਈ ਆਵਾਜ਼ ਜਿਹੀ ਸੁਣਾਈ ਦਿੱਤੀ ਤੇ ਮੈਂ ਬੈੱਡ ਤੋਂ ਉੱਠੀ, ਹੌਲੀ ਦੱਬੇ ਪੈਰੀਂ ਕਮਰੇ 'ਚੋਂ ਬਾਹਰ ਆ ਗਈ। ਜਦੋਂ ਮੈਂ ਮੇਰੇ ਭਰਾ ਦੇ ਕਮਰੇ ਵੱਲ ਆ ਕੇ ਵਿੰਡੋ ਥਾਣੀ ਵੇਖਿਆ, ਮੇਰੀ ਰੂਹ ਕੰਬ ਗਈ। ਮੇਰਾ ਭਰਾ ਤਾਂ ਮੇਰੀ ਛੋਟੀ ਭੈਣ ਨਾਲ ਹੀ ਸੁੱਤਾ ਪਿਆ ਸੀ। ਮੈਂ ਕਿਸੇ ਵੀ ਹਾਲ ਵਿੱਚ ਜਾਣਨਾ ਚਾਹੁੰਦੀ ਸੀ ਕਿ ਆਖਰ ਮੇਰੀ ਭੈਣ ਤੇ ਭਰਾ ਵਿੱਚ ਇਹ ਸਭ ਕੀ ਚੱਲ ਰਿਹਾ। ਇਸ ਲਈ ਮੈਂ ਮੇਰੀ ਛੋਟੀ ਭੈਣ ਨੂੰ ਸਵੇਰ ਹੁੰਦਿਆਂ ਦੂਸਰੇ ਦਿਨ ਪੁੱਛਿਆ ਕਿ ਤੂੰ ਵੱਡੇ ਭਰਾ ਦੇ ਕਮਰੇ 'ਚ ਭਰਾ ਨਾਲ ਕਿਉਂ ਸੁੱਤੀ ਪਈ ਸੀ। ਉਸਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਚੁੱਪਚਾਪ ਉੱਥੋਂ ਚਲੀ ਗਈ। ਪਰ ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੋ ਰਹੇ ਸਨ, ਹੋਈ ਜਾਂਦੇ ਨੇ। ਇਵੇਂ ਜਿਵੇਂ ਕਈ ਦਿਨ ਲੰਘ ਗਏ। ਇੱਕ ਦਿਨ ਮੈਂ ਸਕੂਲੋਂ ਜਲਦੀ ਵਾਪਸ ਆ ਗਈ। ਮੇਰੀ ਸਿਹਤ ਕੁਝ ਠੀਕ ਨਹੀਂ ਸੀ। ਜਦੋਂ ਮੈਂ ਘਰ ਆਈ ਤੇ ਗੇਟ ਖੁੱਲ੍ਹਾ ਸੀ ਤੇ ਮੇਰੀ ਭੈਣ ਵੀ ਉਸ ਦਿਨ ਸਕੂਲ ਨਹੀਂ ਗਈ ਸੀ। ਮੇਰੇ ਭਰਾ ਨੂੰ ਬੈਂਕ 'ਚੋਂ ਛੁੱਟੀ ਸੀ। ਮੈਂ ਸੋਚਿਆ ਵੀ ਗੇਟ ਲਗਾਉਣਾ ਸ਼ਾਇਦ ਭੁੱਲ ਗਏ ਹੋਣਗੇ। ਮੈਂ ਅੰਦਰ ਆਈ ਤੇ ਆਪਣੀ ਛੋਟੀ ਭੈਣ ਨੂੰ ਆਵਾਜ਼ ਮਾਰੀ, ਪਰ ਅੱਗੋਂ ਕੋਈ ਜਵਾਬ ਨਹੀਂ ਆਇਆ। ਮੈਂ ਮੇਰੇ ਕਮਰੇ 'ਚ ਗਈ, ਸੋਨੀ ਉੱਥੇ ਵੀ ਨਹੀਂ ਸੀ। ਮੈਂ ਆਪਣਾ ਬੈਗ ਆਪਣੇ ਕਮਰੇ 'ਚ ਰੱਖ ਕੇ ਜਦੋਂ ਮੇਰੇ ਵੱਡੇ ਭਰਾ ਦੇ ਕਮਰੇ ਦਾ ਗੇਟ ਖੋਲ੍ਹਿਆ ਤਾਂ ਮੈਂ ਦੰਗ ਰਹਿ ਗਈ। ਮੇਰੇ ਭਰਾ ਦੇ ਕਮਰੇ ਦੇ ਬੈੱਡ ਤੇ ਸੋਨੀ ਬੇਹੋਸ਼ੀ ਹਾਲਤ ਵਿੱਚ ਪਈ ਸੀ। ਮੈਂ ਉਹਦੇ ਕੋਲ ਗਈ, ਬੁਲਾਇਆ, ਪਰ ਉਹ ਨਹੀਂ ਬੋਲੀ। ਉਹ ਬਾਰ-ਬਾਰ ਮੇਰੇ ਭਰਾ ਦਾ ਨਾਮ ਪੁਕਾਰ ਰਹੀ ਸੀ। ਮੈਂ ਜਲਦੀ ਹੀ ਡਾਕਟਰ ਨੂੰ ਫੋਨ ਕੀਤਾ। ਡਾਕਟਰ ਸਾਹਿਬ ਆਏ, ਚੈੱਕਅਪ ਕੀਤਾ ਤੇ ਮੈਨੂੰ ਦੱਸਿਆ ਕਿ ਇਸ ਨੂੰ ਕੋਈ ਨਸ਼ੇ ਦੀ ਦਵਾਈ ਪਿਲਾ ਕੇ ਇਸ ਨਾਲ ਗਲਤ ਕੰਮ ਕੀਤਾ ਗਿਆ ਹੈ। ਇੰਨਾ ਸੁਣਦਿਆਂ ਹੀ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਇਹ ਕੰਮ ਸੱਚਮੁੱਚ ਮੇਰੇ ਭਰਾ ਦਾ ਹੀ ਹੈ। ਮੈਂ ਪੁਲਿਸ ਨੂੰ ਫੋਨ ਕੀਤਾ ਤੇ ਸਾਰਾ ਕੁਝ ਸੱਚ ਦੱਸ ਦਿੱਤਾ ਮੇਰੇ ਭਰਾ ਬਾਰੇ। ਜਿਉਂ ਹੀ ਪੁਲਿਸ ਆਈ ਤੇ ਮੇਰਾ ਭਰਾ ਵੀ ਘਰ ਪਹੁੰਚ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਲੈ ਗਏ। ਜਾਂਦੇ ਵਕਤ ਮੇਰਾ ਭਰਾ ਮੇਰੇ ਵੱਲ ਇੰਜ ਵੇਖ ਰਿਹਾ ਸੀ ਜਿਵੇਂ ਉਸ ਨੂੰ ਕਿਸੇ ਗੱਲ ਦਾ ਬਹੁਤ ਅਫਸੋਸ ਹੈ ਤੇ ਉਹ ਮੈਨੂੰ ਕੁਝ ਦੱਸਣਾ ਚਾਹੁੰਦਾ ਹੋਵੇ। ਪਰ ਮੈਂ ਗੁੱਸੇ ਵਿੱਚ ਸਾਂ ਕਿ ਇਸ ਨੇ ਮੇਰੀ ਛੋਟੀ ਭੈਣ ਨਾਲ ਇਸ ਤਰ੍ਹਾਂ ਕਿਉਂ ਕੀਤਾ ਹੈ। ਮੈਂ ਉਸ ਦਾ ਚਿਹਰਾ ਵੀ ਵੇਖਣਾ ਨਹੀਂ ਚਾਹੁੰਦੀ ਸੀ। 2 ਦਿਨ ਮੇਰੀ ਭੈਣ ਸੋਨੀ ਹਸਪਤਾਲ ਵਿੱਚ ਦਾਖਲ ਰਹਿਣ ਤੋਂ ਬਾਅਦ ਉਸ ਨੂੰ ਹੋਸ਼ ਆਇਆ। ਹੋਸ਼ ਆਉਂਦਿਆਂ ਹੀ ਉਸ ਨੇ ਮੈਨੂੰ ਪੁੱਛਿਆ ਕਿ ਵੱਡਾ ਵੀਰਾ ਕਿੱਥੇ ਹੈ। ਉਹਦੇ ਮੂੰਹੋਂ ਵੱਡੇ ਭਰਾ ਦਾ ਨਾਮ ਸੁਣਦੇ ਹੀ ਮੈਨੂੰ ਬੜਾ ਗੁੱਸਾ ਚੜ੍ਹਿਆ। ਮੈਂ ਤਾੜਦਿਆਂ ਕਿਹਾ ਵੀ ਤੂੰ ਹਜੇ ਵੀ ਉਹਦੇ ਬਾਰੇ ਪੁੱਛਦੀ ਐ, ਜਿਹਨੇ ਤੇਰੀ ਸਾਰੀ ਜ਼ਿੰਦਗੀ ਖਰਾਬ ਕਰ ਦਿੱਤੀ। ਇੰਨੀ ਗੱਲ ਸੁਣ ਕੇ ਸੋਨੀ ਦੀਆਂ ਅੱਖਾਂ ਵਿੱਚ ਅੱਥਰੂ ਵਹਿ ਤੁਰੇ ਤੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਵੱਡੇ ਵੀਰੇ ਦੀ ਕੋਈ ਗਲਤੀ ਨਹੀਂ, ਇਹ ਤਾਂ ਸਭ ਮੇਰੀ ਵਜ੍ਹਾ ਨਾਲ ਹੋਇਆ ਹੈ। ਉਸ ਦਿਨ ਵੱਡੇ ਭਰਾ ਨੂੰ ਅਚਾਨਕ ਹੀ ਫੋਨ ਆਇਆ ਤੇ ਉਹ ਘਰੋਂ ਚਲੇ ਗਏ। ਮੈਂ ਘਰੇ ਇਕੱਲੀ ਰਹਿ ਗਈ।
ਮੈਂ ਘਰੇ ਬੈਠੇ ਬੈਠੇ ਬੋਰ ਹੋ ਰਹੀ ਸੀ ਤੇ ਮੈਂ ਸੋਚਿਆ ਵੀ ਸਹੇਲੀ ਕੋਲ ਚਲੀ ਜਾਂਦੀ ਹਾਂ। ਜਦੋਂ ਮੈਂ ਸਹੇਲੀ ਦੇ ਘਰ ਗਈ ਤਾਂ ਉਹ ਘਰੇ ਨਹੀਂ ਸੀ। ਮੈਨੂੰ ਸਹੇਲੀ ਦੇ ਭਰਾ ਨੇ ਝੂਠ ਬੋਲ ਕੇ ਅੰਦਰ ਬੁਲਾ ਲਿਆ ਤੇ ਮੈਨੂੰ ਨਸ਼ੀਲੀ ਦਵਾਈ ਧੱਕੇ ਨਾਲ ਪਿਲਾ ਕੇ ਮੇਰੇ ਨਾਲ ਗਲਤ ਕੰਮ ਕੀਤਾ ਤੇ ਮੈਂ ਜਿਵੇਂ ਕਿਵੇਂ ਕਰਕੇ ਮਸਾਂ ਹੀ ਘਰ ਪਹੁੰਚੀ। ਇੰਨੇ ਨੂੰ ਵੱਡਾ ਭਰਾ ਵੀ ਘਰ ਆ ਚੁੱਕਿਆ ਸੀ। ਮੈਂ ਭਰਾ ਨੂੰ ਆ ਕੇ ਸੱਚ ਦੱਸ ਦਿੱਤਾ ਤੇ ਉਹ ਬਹੁਤ ਗੁੱਸੇ 'ਚ ਆ ਕੇ ਮੇਰੀ ਸਹੇਲੀ ਦੇ ਘਰ ਚਲੇ ਗਏ। ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਤੇ ਦੀਦੀ ਮੈਨੂੰ ਵੱਡੇ ਭਰਾ ਨੇ ਇਹ ਵੀ ਦੱਸਿਆ ਸੀ ਕਿ ਤੁਹਾਨੂੰ ਹਿਸਟੀਰੀਆ ਨਾਮ ਦੀ ਬਿਮਾਰੀ ਹੈ। ਕਈ ਵਾਰੀ ਦੀਦੀ ਤੁਸੀਂ ਰਾਤ ਨੂੰ ਆਪਣੇ ਹੋ ਬੈਠਦੇ ਹੋ। ਇਸੇ ਕਰਕੇ ਵੱਡੇ ਵੀਰ ਜੀ ਤੁਹਾਡੇ ਤੇ ਹਰ ਵਕਤ ਨਿਗਾਹ ਰੱਖਦੇ ਹਨ। ਇਸੇ ਡਰ ਕਰਕੇ ਕਿਤੇ ਤੁਸੀਂ ਮੈਨੂੰ ਰਾਤ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੋ। ਵੀਰ ਜੀ ਮੈਨੂੰ ਆਪਣੇ ਕਮਰੇ ਵਿੱਚ ਆਪਣੇ ਨਾਲ ਹੀ ਸੁਲਾ ਲੈਂਦੇ ਨੇ ਤੇ ਵੀਰ ਜੀ ਨੇ ਮੈਨੂੰ ਮਨਾ ਵੀ ਕੀਤਾ ਹੋਇਆ ਸੀ ਕਿ ਮੈਂ ਤੁਹਾਨੂੰ ਤੁਹਾਡੀ ਬਿਮਾਰੀ ਬਾਰੇ ਕੁਝ ਨਹੀਂ ਦੱਸਣਾ, ਕਿਤੇ ਤੁਸੀਂ ਆਪਣੀ ਬਿਮਾਰੀ ਨੂੰ ਲੈ ਕੇ ਪਰੇਸ਼ਾਨ ਨਾ ਰਹਿਣ ਲੱਗ ਜਾਵੋ। ਡਾਕਟਰ ਨੇ ਵੀਰ ਜੀ ਨੂੰ ਕਿਹਾ ਸੀ ਕਿ ਤੁਹਾਨੂੰ ਨਹੀਂ ਦੱਸਣਾ ਬਿਮਾਰੀ ਬਾਰੇ। ਤੁਹਾਡੀ ਬਿਮਾਰੀ ਦੀ ਵਜ੍ਹਾ ਕਰਕੇ ਹੀ ਵੱਡੇ ਵੀਰੇ ਨੇ ਵਿਆਹ ਨਹੀਂ ਕਰਵਾਇਆ ਤਾਂ ਕਿ ਤੁਹਾਡਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਵੇ। ਸਾਨੂੰ ਦੋਵਾਂ ਭੈਣਾਂ ਨੂੰ ਵੱਡਾ ਵੀਰਾ ਆਪਣੇ ਬੱਚਿਆਂ ਵਾਂਗ ਰੱਖਦਾ ਹੈ। ਸੱਚ ਜਾਣਨ ਤੋਂ ਬਾਅਦ ਮੈਨੂੰ ਮੇਰੇ ਕੀਤੇ ਤੇ ਬੜਾ ਪਛਤਾਵਾ ਹੋਇਆ ਤੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੈਂ ਬਹੁਤ ਸ਼ਰਮਿੰਦਾ ਸੀ ਕਿ ਇਹ ਮੇਰੇ ਤੋਂ ਕੀ ਹੋ ਗਿਆ ਤੇ ਆਪਣੇ ਭਰਾ ਨੂੰ ਮੈਂ ਪੁਲਿਸ ਤੋਂ ਛੁਡਵਾਇਆ ਤੇ ਮੁਆਫੀ ਮੰਗੀ। ਉਸ ਤੋਂ ਬਾਅਦ ਪੁਲਿਸ ਨੂੰ ਉਹ ਮੁੰਡਾ ਫੜਾਇਆ ਜਿਸ ਨੇ ਸੋਨੀ ਨਾਲ ਗਲਤ ਕੰਮ ਕੀਤਾ ਸੀ। ਇਸ ਘਟਨਾ ਤੋਂ ਮੈਨੂੰ ਇਹ ਸਿੱਖਿਆ ਜ਼ਰੂਰ ਮਿਲੀ ਕਿ ਜ਼ਰੂਰੀ ਨਹੀਂ ਹਰ ਗਲਤ ਦਿਖਣ ਵਾਲੀ ਚੀਜ਼ ਗਲਤ ਹੀ ਹੋਵੇ। ਉਸ ਗਲਤ ਦਿਖਣ ਦਾ ਮਕਸਦ ਕੁਝ ਹੋਰ ਵੀ ਹੋ ਸਕਦਾ ਹੈ। ਸੋ ਵੀਡੀਓ ਦੇਖਣ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਜ਼ਰੂਰ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਵੀਡੀਓ ਦੇਖਣ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।